सत श्री अकाल। तुसीं देख रहे हो पंजाब मेल यूएसए टीवी। मेरा नाम जतिंदर सिंह खैरा। वेकअप कॉल यानी कि अखबारनामा लैके मैं एक बार फिर तो हाजिर हाँ। फिलहाल वधदे हैं जी अज दियां हैडलाइनस दे वल। और सब तो पहला जो न्यूज़पेपर है मेरे को यूएस टुडे है। एंड यूएस टुडे ने जी अज हैडलाइनस बनाई है वो है बहुत वड्डी हैडलाइनस। फिलहाल वो टीवी के नाल ही एक मिलती हैडलाइन है। लिखा है कि फॉक्स बिजनेस नेटवर्क कैंसल्स लॉ डॉब्स टूनाइट वन ऑफ इट्स हाईएस्ट प्रोफाइल न्यूज़ शो। ਤੁਸੀਂ ਵੀ ਜੇ ਇੰਡੀਆ ਜਾਂ ਯੂਐਸ ਵਿੱਚ ਰਹਿ ਕੇ ਫੌਕਸ ਬਿਜ਼ਨਸ ਨੈਟਵਰਕ ਦਾ ਇਹ ਸ਼ੋਅ ਦੇਖਦੇ ਹੋ, ਯਾਨੀ ਕਿ ਇੱਕ ਤਰੀਕੇ ਦੇ ਨਾਲ ਕੰਜ਼ਰਵੇਟਿਵ ਟਾਕਸ ਹੁੰਦੀਆਂ ਸੀ ਲਾਅ ਡੌਬਸ ਦੇ ਵਿੱਚ, ਇੱਕ ਪ੍ਰਾਈਮ ਟਾਈਮ ਤੋਂ ਚੱਲਦਾ ਸੀਗਾ। ਇਹਨਾਂ ਨੇ ਆਪਣਾ ਸ਼ੋਅ ਜਿਹੜਾ ਹੈ ਅਨਸੈਰੇਮੋਨੀਅਲ ਤਰੀਕੇ ਦੇ ਨਾਲ ਕੈਂਸਲ ਕਰ ਦਿੱਤਾ ਹੈ। ਹਾਈਲੀ ਸਪੋਰਟਰ ਨੇ ਇਹ ਜਿਹੜੇ ਸ਼ੋਅ ਨੂੰ ਰਿਪੋਰਟ ਕਰ ਰਹੇ ਸੀ, ਪ੍ਰੈਜ਼ੈਂਟ ਕਰ ਰਹੇ ਸੀਗੇ ਟਰੰਪ ਸਾਹਿਬ ਦੇ। ਐਂਡ ਲੋਕਾਂ ਦਾ ਮੰਨਣਾ ਹੈ ਕਿ ਇਹਨਾਂ ਦਾ ਕਰਕੇ ਵੀ ਸ਼ਾਇਦ ਇਹ ਸ਼ੋਅ ਕੈਂਸਲ ਹੋ ਗਿਆ ਹੈ। ਫਿਲਹਾਲ ਜੋ ਇਸ ਨਿਊਜ਼ਪੇਪਰ ਨੇ ਲਿਖਿਆ ਹੈ, ਦ ਕੈਂਸਲੇਸ਼ਨਸ ਕਮਸ ਔਨ ਅ ਡੇ ਆਫਟਰ ਫੌਕਸ ਨਿਊਜ਼ and three of its hosts, Dobbs, Maria, Bartiromo, and Janier Pirro, were sued for $2.7 billion by voting technology company that claims they conspired the spread false claims that the company held steal the president elections. So ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਤਾਰੋਬਾਰ ਹੈ, ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਡੋਨਲਡ ਟਰੰਪ ਦੇ ਨਾਲ ਦੇਖੀ ਜਾ ਰਹੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੋਟਿੰਗ ਮਸ਼ੀਨਰੀ ਨੂੰ, ਵੋਟਿੰਗ ਟੈਕਨੋਲੋਜੀ ਨੂੰ, ਵੋਟਿੰਗ ਇੱਕ ਬਿਹੇਵੀਅਰ ਨੂੰ, ਪ੍ਰੋਸੈਸ ਨੂੰ ਫੇਲ ਕਰਨ ਦੇ ਲਈ ਇਹਨਾਂ ਨੇ ਫਾਲਸ ਰੂਮਰ ਐਂਡ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਫੈਲਾਉਣ ਦੇ ਲਈ ਕੰਮ ਕੀਤਾ। ਐਂਡ ਇਹਨਾਂ ਦੇ ਉੱਤੇ ਕਲੇਮਡ ਵੀ ਹੈ $2.7 ਬਿਲੀਅਨ ਦਾ। ਔਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੇ ਉਸ ਪੈਸੇ ਲੈ ਕੇ ਇਹ ਸਭ ਕੁਝ ਕੰਮ ਕੀਤਾ ਹੈ। ਵੈਸੇ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਸੀ ਕਿ ਮੀਡੀਆ ਜਿਹੜਾ ਹੈ ਉਹ ਬਾਕੀ ਕੰਟਰੀ ਦੇ ਵਿੱਚ ਇੱਕ ਤਰੀਕੇ ਨਾਲ ਪਾਵਰਫੁਲ ਵੈਪਨ ਹੈ ਔਰ ਅਸੀਂ ਬੜਾ ਇੰਡੀਪੈਂਡੈਂਟਲੀ ਦੇਖਦੇ ਹਾਂ ਕਿ ਉਹ ਕੰਮ ਕਰ ਰਿਹਾ ਹੈ। ਸ਼ਾਇਦ ਉਹਦੇ ਵਿੱਚ ਅਸੀਂ ਸੋਚਦੇ ਹਾਂ ਕਿ ਕੋਈ ਖਰਾਬੀ ਨਹੀਂ ਹੋ ਸਕਦੀ, ਪਰ ਜਦੋਂ ਅਸੀਂ ਖਬਰਾਂ ਦੇ ਮਾਮਲੇ ਵਿੱਚ ਆਉਂਦੇ ਹਾਂ ਤਾਂ ਸਾਨੂੰ ਲੱਗ ਰਿਹਾ ਹੈ ਕਿ ਕਾਰਪੋਰੇਟ ਜਿਹੜਾ ਹੈ ਜਾਂ ਫਿਰ ਮੀਡੀਆ ਜਦੋਂ ਤੋਂ ਕਾਰਪੋਰੇਟ ਹੱਥਾਂ ਦੇ ਵਿੱਚ ਆ ਗਿਆ ਹੈ ਤਾਂ ਇਹ ਬਿਜ਼ਨਸ ਦੇ ਲਈ ਕੁਝ ਵੀ ਕਰ ਸਕਦਾ ਹੈ। ਸੋ ਇੱਕ ਬਹੁਤ ਵੱਡੀ ਨਿਊਜ਼ ਹੈ ਇਸ ਟਾਈਮ ਦੀ। ਵਧਦੇ ਅੱਗੇ ਤੇ ਦੇਖਦੇ ਹਾਂ ਯੂਐਸ ਟੁਡੇ ਨੇ ਜਿਹੜੀ ਅਗਲੀ ਹੈਡਲਾਈਨ ਬਣਾਈ ਹੈ ਉਹ ਹੈਡਲਾਈਨ ਹੈ ਕਰੋਨਾ ਵਾਇਰਸ ਨੂੰ ਲੈ ਕੇ। ਸੁਪਰੀਮ ਕੋਰਟ ਬਲੌਕਸ ਇਨਫੋਰਸਮੈਂਟ ਆਫ ਸਮ ਕੈਲੀਫੋਰਨੀਆ ਕੋਵਿਡ-19 ਰੂਲਸ ਫॉर ਚਰਚ। ਬਹੁਤ ਸਾਰੇ ਰੂਲ ਜਿਹੜੇ ਨੇ ਨਵੇਂ ਜਿਹੜੇ ਤਰੀਕੇ ਦੇ ਨਾਲ ਇਨਫੋਰਸ ਹੋ ਸਕਦੇ ਨੇ ਜਾਂ ਹਟ ਸਕਦੇ ਨੇ ਚਰਚਿਸ ਦੇ ਲਈ। ਇੱਕ ਖਬਰ ਦੇ ਵਿੱਚ ਲਿਖਿਆ ਹੈ। ਫਿਲਹਾਲ ਇਸ ਖਬਰ ਦੀਆਂ ਕੁਝ ਲਾਈਨਾਂ ਜਿਹੜੀਆਂ ਨੇ ਉਹ ਪੜ੍ਹਨੀਆਂ ਬਹੁਤ ਜ਼ਰੂਰੀ ਨੇ। Divided Supreme Court late Friday blocked enforcement of California prohibition on indoor church service during the coronavirus pandemic, the latest case in which the justices have been asked to assess measures intended to slow the spread of virus in light of religious freedom granted by Constitution. ਕਿਹਾ ਜਾ ਰਿਹਾ ਸੀ ਕਿ ਅਸੀਂ ਸਾਡੇ ਕਨਸਟੀਟਿਊਸ਼ਨ ਨੇ ਇੱਕ ਸਾਨੂੰ ਰਿਲੀਜੀਅਸ ਗਰੰਟੀ ਦਿੱਤੀ ਹੈ ਐਂਡ ਵਾਈ ਵੀ ਆਰ ਬਲੌਕਿੰਗ, ਵਾਈ ਵੀ ਆਰ ਇੰਪੋਜ਼ਿੰਗ ਅ ਲਾਅ ਔਨ ਚਰਚਿਜ਼। ਸੋ ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡੀ ਖਬਰ ਹੈ। ਹਰ ਮੁੱਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਧਾਰਮਿਕ ਦੇ ਨਾਲ ਜੁੜਿਆ ਹੋਵੇ ਤਾਂ ਉਹਨੂੰ ਬੜਾ ਸੀਰੀਅਸਲੀ ਟੈਕਲ ਕਰਨ ਦੀ ਜ਼ਰੂਰਤ ਹੈ। ਸੋ ਬਾਈਡਨ ਗਵਰਨਮੈਂਟ ਐਂਡ ਅਮਰੀਕਨ ਜਿਹੜੀ ਗਵਰਨਮੈਂਟ ਹੈ ਉਹਦਾ ਕਨਸਟੀਟਿਊਸ਼ਨ ਹੈ ਉਹਨੂੰ ਬਚਾਉਣ ਦੇ ਲਈ ਇਹ ਜਿਹੜੇ ਸਟੈਪ ਨੇ ਉਹ ਚੱਕੇ ਜਾਣਗੇ। ਸੋ ਇਹ ਖਬਰ ਜਿਹੜੀ ਹੈ ਬਹੁਤ ਵੱਡੀ ਬਣ ਰਹੀ ਹੈ ਇਸ ਟਾਈਮ। ਅੱਗੇ ਵਧਦੇ ਹਾਂ ਤਾਂ ਯੂਐਸ ਟੁਡੇ ਨੇ ਅਗਲੀ ਜਿਹੜੀ ਖਬਰ ਛਾਪੀ ਹੈ ਉਹ ਬਾਈਡਨ ਸਾਹਿਬ ਦੀ ਖਬਰ ਹੈ। ਬਾਈਡਨ ਸਾਹਿਬ ਦੀ ਸਟੇਟਮੈਂਟ ਹੈ। ਬਾਈਡਨ ਸੇਜ਼ ਟਰੰਪ ਸ਼ੁੱਡ ਨੋ ਲੋਂਗਰ ਗੈਟ ਇੰਟੈਲੀਜੈਂਸ ਬਰੀਫਿੰਗ ਬਿਕॉज ऑफ हिज erratic behavior। ਹਮੇਸ਼ਾ ਅਸੀਂ ਦੇਖਿਆ ਕਿ ਟਰੰਪ ਸਾਹਿਬ ਜਦੋਂ ਵੀ ਆਉਂਦੇ ਨੇ ਇੱਕ erratic behavior ਹੁੰਦਾ ਹੈ ਉਹਨਾਂ ਦਾ। ਉਹ ਹਮੇਸ਼ਾ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਟ੍ਰਿਪਿੰਗ ਕਰਦੇ ਰਹਿੰਦੇ ਨੇ। ਲੱਗਦਾ ਹੈ ਕਿ ਸ਼ਾਇਦ ਹੁਣ ਵੀ ਉਹ ਕੁਛ ਨਾ ਕੁਛ ਸਟੇਟਮੈਂਟ ਪਾਸ ਕਰਨਗੇ, ਕੁਛ ਨਾ ਕੁਛ ਵਧੀਆ ਜਾਂ ਗਲਤ ਕਿਹੜਾ ਹੈ ਉਹਨਾਂ ਦਾ ਇਸ ਮੂਡ 'ਚ ਹੁੰਦਾ ਹੈ ਕਿ ਸ਼ਾਇਦ ਰਿਪਬਲਿਕਨ ਜਿਹੜੇ ਨੇ ਉਹ ਬੈਸਟ ਨੇ ਔਰ ਬਾਕੀ ਜਿਹੜੇ ਨੇ ਚਾਹੇ ਡੈਮੋਕ੍ਰੈਟਸ ਨੇ ਚਾਹੇ ਹੋਰ ਕੋਈ ਪੋਲੀਟੀਕਲ ਪਾਰਟੀ ਹੈ ਉਹ ਕਿਤੇ ਨਾ ਕਿਤੇ ਥੱਲੇ ਆ। ਸੋ ਇਹ ਲੱਗ ਰਿਹਾ ਕਿ ਇਹ ਜਿਹੜੀ ਸਟੇਟਮੈਂਟ ਹੈ ਇਹਨਾਂ ਨੂੰ ਬਹੁਤ ਚੁਭੇਗੀ ਔਰ ਇਸੇ ਇਹਨਾਂ ਦੀਆਂ ਸਟੇਟਮੈਂਟ ਤਲਕ ਸਟੇਟਮੈਂਟਸ ਦੇ ਕਰਕੇ ਹੀ ਇਹਨਾਂ ਨੂੰ ਜਿਹੜੀ ਹੁਣ ਬਰੀਫਿੰਗ ਹੈ ਇੰਟਲ ਆਊਟਪੁੱਟਸ ਜਿਹੜੀਆਂ ਸ਼ਾਰਟ ਬਰੀਫਿੰਗਸ ਨੇ ਇੰਟੈਲੀਜੈਂਟ ਫੋਰਸਿਸ ਦੀਆਂ ਇੰਟੈਲੀਜੈਂਟ ਬਰੀਫਿੰਗਸ ਨੇ ਉਹ ਨਹੀਂ ਮਿਲਣਗੀਆਂ। ਇਹ ਬਾਈਡਨ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ, ਬਹੁਤ ਵੱਡੀ ਸਟੇਟਮੈਂਟ ਹੈ। ਫਿਲਹਾਲ ਅੱਗੇ ਵਧਦੇ ਹਾਂ ਤਾਂ ਦੇਖਦੇ ਹਾਂ ਵਾਲ ਸਟਰੀਟ ਜਰਨਲ ਨੇ ਕੀ ਲਿਖਿਆ। ਜੇ ਮੈਂ ਗੱਲ ਕਰਾਂ ਵਾਲ ਸਟਰੀਟ ਜਰਨਲ ਦੀ ਤਾਂ ਪਿਛਲੇ ਕੁਝ ਦਿਨਾਂ ਤੋਂ ਐਮਾਜ਼ੋਨ ਦੇ ਉੱਤੇ ਨਿਗਾਹ ਟਿਕਾ ਰੱਖੀ ਇਹਨਾਂ ਨੇ ਔਰ ਲਗਾਤਾਰ ਇਹਨਾਂ ਦੀ ਜਿਹੜੀ ਡਿਟੇਲਿੰਗ ਹੈ ਇਸ ਕੰਪਨੀ ਨੂੰ ਲੈ ਕੇ ਬਹੁਤ ਜ਼ਿਆਦਾ ਪਬਲਿਸ਼ ਹੋ ਰਹੀ ਹੈ ਫਰੰਟ ਪੇਜ 'ਤੇ। ਅੱਜ ਵੀ ਜਿਹੜੀ ਇਹਨਾਂ ਦੀ ਨਿਊਜ਼ ਹੈ, ਜਿਹੜੀ ਹੈਡਲਾਈਨ ਮੇਨ ਹੈਡਲਾਈਨ ਹੈ ਉਹ ਇਸ ਚੀਜ਼ ਨੂੰ ਹੀ ਲੈ ਕੇ ਹੈ। ਨਿਊ ਐਮਾਜ਼ੋਨ CEO ਕੈਨ ਈਦਰ ਹੈਲਪ ਵਰਕਰਸ ਐਂਡ ਸੈਲਰ ਔਰ ਆਟੋਮੇਟ ਦੈਨ ਅਵੇ। ਸੋ ਕਿਤੇ ਨਾ ਕਿਤੇ ਜਿਹੜੇ ਨਵੇਂ ਜਿਹੜੇ CEO ਨੇ ਜੈਸੀ ਉਹਨਾਂ ਨੂੰ ਲੈ ਕੇ ਜਿਹੜੀ ਇਹ ਖਬਰਾਂ ਹਮੇਸ਼ਾ ਛਪਦੀਆਂ ਰਹੀਆਂ ਨੇ। ਔਨ ਸੀਕ੍ਰੇਟ ਆਫ ਐਮਾਜ਼ੋਨ ਐਬਿਲਿਟੀ ਟੂ ਗਰੋ ਰੈਪਿਡਲੀ software and algorithms that manage its millions of employees and marketplace seller
ਟੈਕਨੋਲੋਜੀਜ਼ ਦੈਟ ਦ ਐਗਜ਼ੀਕਿਊਟਿਵ ਨੋਨਸ ਵੈਲ। ਸੋ ਕਿਤੇ ਨਾ ਕਿਤੇ ਲਗਾਤਾਰ ਇਹਨਾਂ ਨੇ ਛਾਪਿਆ ਹੈ। ਇਸ ਤੋਂ ਇਲਾਵਾ ਇਹਨਾਂ ਨੇ ਇਹ ਆਪਣੇ ਹੀ ਪੇਪਰ ਦੇ ਵਿੱਚ ਜਿਹੜਾ ਹੈ ਮਾਰਕੀਟ ਸਟਾਕ ਦੱਸਿਆ ਹੈ, ਮਾਰਕੀਟ ਵੈਲਿਊ ਦੱਸੀ ਹੋਈ ਹੈ ਆਫ 2025 ਬਿਗੇਸਟ US ਟੈਕ ਸਟਾਕ ਬਾय ਮੰਥ 2020। ਤਕਰੀਬਨ 8 ਟ੍ਰਿਲੀਅਨ ਡਾਲਰ ਦੀ ਜਿਹੜੀ ਹੈ ਇਹ ਵਰਥ ਦੱਸੀ ਜਾ ਰਹੀ ਹੈ। ਫੇਸਬੁੱਕ, ਐਲਫੈਬੈਟ, ਐਮਾਜ਼ੋਨ ਐਂਡ ਮਾਈਕਰੋਸਾਫਟ ਔਰ ਐਪਲ ਦੀ ਇਹ ਜਿਹੜੀ ਵਰਥ ਹੈ ਉਹ ਦੱਸੀ ਜਾ ਰਹੀ ਹੈ। ਫਿਲਹਾਲ ਅੱਗੇ ਵਧਦੇ ਹਾਂ ਤੇ ਇਸੇ ਹੀ ਪੇਪਰ ਦੇ ਵਿੱਚ ਇੱਕ ਟੈਕਨੋਲੋਜੀ ਨੂੰ ਲੈ ਕੇ ਇੱਕ ਹੋਰ ਇੱਕ ਵੱਡੀ ਖਬਰ ਛਪੀ ਹੋਈ ਹੈ। ਦ ਬੈਟਰੀ ਇਜ਼ ਰੈਡੀ ਟੂ ਪਾਵਰ ਦ ਵਰਲਡ। ਗੱਲ ਕੀਤੀ ਗਈ ਹੈ ਆਫਟਰ ਡਿਕੇਡ ਆਫ ਰੈਪਿਡ ਫਾਲਿੰਗ ਕਾਸਟ ਦ ਰੀਚਾਰਜੇਬਲ ਲੀਥੀਅਮ ਆਇਨ ਬੈਟਰੀ ਇਜ਼ ਪੋਇਜ਼ਡ ਟੂ ਡਿਸਟਰਬਸ ਇੰਡਸਟਰੀਜ਼। ਲਗਾਤਾਰ ਜਿਹੜਾ ਹੈ ਇਹ ਬਹੁਤ ਟੈਕਨੋਲੋਜੀ ਉੱਤੇ ਕੰਮ ਕੀਤਾ ਜਾ ਰਿਹਾ ਸੀਗਾ ਲੀਥੀਅਮ ਦੇ ਉੱਤੇ। ਰੀਚਾਰਜੇਬਲ ਲੀਥੀਅਮ ਆਇਨ ਬੈਟਰੀਜ਼ ਵਰ ਫਸਟ ਕਮਰਸ਼ਲੀ ਯੂਜ਼ਡ ਇਨ ਹੈਂਡ ਹੈਲਡ ਕੈਮਰਾਡੋਰਸ ਇਨ 1991। ਇਸ ਪੂਰੀ ਚੀਜ਼ ਨੂੰ ਜਿਹੜਾ ਹੈ ਇਹਨਾਂ ਨੇ ਬਹੁਤ ਡਿਟੇਲਿੰਗ ਦੇ ਨਾਲ ਦੱਸਿਆ ਹੈ। ਐਂਡ ਲੈਪਟਾਪਸ ਜਿਹੜੇ ਨੇ ਹੁਣ ਜਲਦੀ ਤੁਹਾਨੂੰ ਇਸ ਬੈਟਰੀ ਦੇ ਨਾਲ ਇਨਬਿਲਟ ਮਿਲਣਗੇ। ਗੱਡੀਆਂ ਦੇ ਵਿੱਚ ਇਸ ਦੀ ਜਿਹੜੀ ਹੈ ਵਰਤੋਂ ਹੋ ਸਕਦੀ ਹੈ। ਸੋ ਇੱਕ ਟੈਕਨੋਲੋਜੀਕਲੀ ਇਸ ਖਬਰ ਨੂੰ ਬੜਾ ਸਾਊਂਡ ਪ੍ਰੂਫ ਦੇ ਨਾਲ ਦੱਸਿਆ ਜਾ ਰਿਹਾ ਹੈ। ਫਿਰ ਵਾਲ ਸਟਰੀਟ ਨੇ ਹੋਰ ਕੀ ਲਿਖਿਆ ਹੈ? ਪਹਿਲੇ ਇਸ ਤੋਂ ਇਲਾਵਾ ਵਾਲ ਸਟਰੀਟ ਨੇ ਜਿਹੜਾ ਹੈ ਬਾਈਡਨ ਬੈਕਸ ਆਫ $15 ਵੇਜਿਸ ਐਜ਼ ਅ ਵਾਇਰਸ ਏਡ ਪਲਾਨ ਟੇਕ ਸ਼ੇਪਸ। ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਜਿਹੜਾ ਕਰੋਨਾ ਪੈਕੇਜ ਹੈ ਉਹਨੂੰ ਲੈ ਕੇ ਲਗਾਤਾਰ ਰਿਪਬਲਿਕ ਜਿਹੜੀ ਹੈ ਉਹ ਸਹਿਮਤੀ ਨਹੀਂ ਸੀ ਬਣਾ ਰਿਹਾ। ਇਸ ਖਬਰ ਨੇ ਵੀ ਦੱਸਿਆ ਹੈ ਕਿ ਜਿਹੜਾ ਬਾਈਡਨ ਸਾਹਿਬ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਸੋਲੋ ਮੂਵ ਕਰ ਸਕਦੇ ਹਾਂ ਜੇ ਰਿਪਬਲਿਕਨ ਸਾਡਾ ਸਾਥ ਨਾ ਦੇਵੇ। ਇਹ ਪੂਰੀ ਜਿਹੜੀ ਖਬਰ ਹੈ ਇਹਦੇ ਵਿੱਚ ਬੜੇ ਸਬ ਹੈਡਲਾਈਨਸ ਬਣਾਏ ਹੋਏ ਨੇ। ਲਿਖਿਆ ਹੈ Q&A who could get a stimulus check and Biden says Trump should not get intelligent briefing। ਇਹਦੇ ਵਿੱਚ ਉਹ ਖਬਰ ਵੀ ਛਪੀ ਹੋਈ ਹੈ ਨਾਲ ਸਬ ਹੈਡਲਾਈਨ ਕਰਕੇ ਕਿ ਬਾਈਡਨ ਸਾਹਿਬ ਨੂੰ ਜਿਹੜਾ ਹੈ ਉਹਨਾਂ ਨੇ ਇੱਕ ਸਟੇਟਮੈਂਟ ਦੇ ਦਿੱਤੀ ਹੈ ਬਾਈਡਨ ਸਾਹਿਬ ਨੇ ਟਰੰਪ ਸਾਹਿਬ ਦੇ ਲਈ ਕਿ ਹੁਣ ਉਹਨਾਂ ਨੂੰ ਇੰਟੈਲੀਜੈਂਸ ਬਰੀਫਿੰਗ ਨਹੀਂ ਮਿਲੇਗੀ। ਫਿਲਹਾਲ ਅੱਗੇ ਵਧਦਾ ਤੇ ਨਿਊਯਾਰਕ ਟਾਈਮਸ ਜਿਹੜਾ ਹੈ ਉਹ ਲਿਖ ਰਿਹਾ ਹੈ ਬਾਈਡਨ ਸੀਜ਼ਸ ਔਨ ਵੀਕ ਜੌਬ ਗੇਨਸ ਟੂ ਕਾਲ ਫॉर ਕੁਇਕ ਸਟਿਮੂਲੀ ਐਕਸ਼ਨ। ਕਿ ਅਗਲੇ ਜਿਹੜੇ ਅਪਕਮਿੰਗ ਵੀਕਸ ਦੀਆਂ ਜਿਹੜੀਆਂ ਕੰਮ ਨੇ ਉਹ ਸਾਰੇ ਉਹਨਾਂ ਨੇ ਸੀਲ ਕਰ ਦਿੱਤੇ ਨੇ ਔਰ ਉਹਨਾਂ ਨੇ ਜਲਦ ਤੋਂ ਜਲਦ ਜਿਹੜੇ ਐਕਸ਼ਨਸ ਨੇ ਉਹਨਾਂ ਦੇ ਉੱਤੇ ਗੱਲ ਕਰਨ ਦਾ ਜਿਹੜਾ ਇੱਕ ਕੰਮ ਕੀਤਾ ਹੈ। ਫਿਲਹਾਲ ਇਹਦੇ ਵਿੱਚ ਲਿਖਿਆ ਹੈ ਕਿ spurred on Lex Sumter jobs report, President Biden warned Republican he would advance his 1.9 trillion aid proposal with ਔਰ ਵਿਦਾਊਟ देयर ਸਪੋਰਟ। ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀ ਇੱਕ ਸਾਡਾ ਪੈਕੇਜ ਜਿਹੜਾ ਹੈ ਡੈਮੋਕ੍ਰੇਟਸ ਨੇ ਜਿਹੜਾ ਦੱਸਿਆ ਸੀ ਕਿ 1.9 ਟ੍ਰਿਲੀਅਨ ਡਾਲਰਸ ਦਾ ਜਿਹੜਾ ਅਸੀਂ ਪੈਕੇਜ ਹੈ ਉਹ ਦੇਣਾ ਚਾਹੁੰਦੇ ਹਾਂ ਰਾਹਤ ਪੈਕੇਜ। ਪਰ ਰਿਪਬਲਿਕਨ ਲਗਾਤਾਰ ਉਹਦੇ ਏੜੇ ਆ ਰਿਹਾ ਸੀਗਾ, ਲਗਾਤਾਰ ਗੱਲ ਕਰ ਰਿਹਾ ਸੀ ਕਿ ਅਸੀਂ ਜਿਹੜੀ ਇਹ ਗੱਲ ਨਹੀਂ ਕਰ ਸਕਦੇ। ਫਿਲਹਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਸੋਲੋ ਮੂਵ ਕਰ ਸਕਦੇ ਹਾਂ, ਵਿਦਾਊਟ ਸਪੋਰਟ ਆਫ ਰਿਪਬਲਿਕਨ ਜਾ ਸਕਦੇ ਹਾਂ। ਇਸ ਤੋਂ ਇਲਾਵਾ ਅਗਲਾ ਜਿਹੜਾ ਇਹ ਗੱਲ ਕਹਿ ਲਈਏ ਕਿ ਅਗਲਾ ਜਿਹੜਾ ਹੈਡ ਇਹਨਾਂ ਨੇ ਸਬ ਹੈਡ ਬਣਾਇਆ ਹੋਇਆ ਹੈ ਉਹ ਹੈ ਮਿਸਟਰ ਬਾਈਡਨ ਰਿਮਾਰਕਸ ਕੇਮ ਆਰ ਆਫਟਰ ਦ ਸੈਨੇਟ ਅਪਰੂਵਡ ਦ ਬਜਟ ਬਲੂਪ੍ਰਿੰਟ। The House quickly followed suit, allowing lawmakers to start drafting the package। ਉਹਨਾਂ ਨੇ ਕਹਿ ਦਿੱਤਾ ਕਿ ਇਹ ਸੈਨੇਟ ਨੇ ਜਦੋਂ ਅਪਰੂਵ ਕਰ ਦਿੱਤਾ ਹੈ ਉਸ ਤੋਂ ਬਾਅਦ ਇੱਕ ਵੱਡੀ ਸਟੇਟਮੈਂਟ ਆ ਰਹੀ ਹੈ ਬਾਈਡਨ ਸਾਹਿਬ ਦੀ ਤੇ ਇੱਕ ਤਰੀਕੇ ਦੇ ਨਾਲ ਇਹ ਬਹੁਤ ਮੇਜਰ ਹੋ ਸਕਦਾ ਹੈ। ਫਿਲਹਾਲ ਇਹ ਸੀ ਨਿਊਯਾਰਕ ਟਾਈਮ। ਅੱਗੇ ਵਧਦਾ ਹਾਂ ਤਾਂ ਦੇਖਦਾ ਵਾਸ਼ਿੰਗਟਨ ਪੋਸਟ ਨੇ ਕੀ ਲਿਖਿਆ ਹੈ। ਵੈਲ ਵਾਸ਼ਿੰਗਟਨ ਪੋਸਟ ਦੀ ਗੱਲ ਕਰੀਏ ਤਾਂ ਵਾਸ਼ਿੰਗਟਨ ਪੋਸਟ ਨੇ ਜਿਹੜਾ ਅੱਜ ਹੈਲਥ ਹੈ ਉਹਨੂੰ ਆਪਣੇ ਫੋਰਫਰੰਟ ਯਾਨੀ ਕਿ ਫਸਟ ਪੇਜ ਦੇ ਉੱਤੇ ਰੱਖਿਆ ਹੈ ਔਰ ਹੈਡਲਾਈਨ ਵੀ ਇਸੇ ਤਰੀਕੇ ਦੇ ਨਾਲ ਹੈ। ਲਿਖ ਰਹੇ ਨੇ ਐਕਸਪਰਟਸ ਵਰੀ ਸੁਪਰ ਬਾਉਲ ਪਾਰਟੀਜ਼ ਕੁਡ ਟ੍ਰਿਗਰ ਅ ਕਰੋਨਾ ਵਾਇਰਸ ਐਕਸਪਲੋਜਨ। ਅਸੀਂ ਦੇਖਿਆ ਸੀ ਕਿ ਬਹੁਤ ਸਾਰੀ ਜਗ੍ਹਾ ਦੇ ਉੱਤੇ ਬਾਉਲ ਪਾਰਟੀ ਹੋ ਰਹੀ ਹੈ ਜਿੱਥੇ ਬੈਰੀਗੇਡਿੰਗ ਕਰਕੇ ਡੀਜੇ ਨੂੰ ਓਪਨ ਦੇ ਵਿੱਚ ਕਰਕੇ ਇੱਕ ਪਾਰਟੀ ਸਿਸਟਮ ਬਣਾਇਆ ਜਾ ਰਿਹਾ ਹੈ। ਮੈਨੂੰ ਇਹ ਕਿਤੇ ਨਹੀਂ ਸਮਝ ਆ ਰਿਹਾ ਕਿ ਅਮਰੀਕਨ ਜਿਹੜਾ ਹੈ ਉਹ ਇੱਕ ਪੌਪ ਕਲਚਰ ਨਹੀਂ ਅਸੀਂ ਕੰਸੀਡਰ ਕਰਦੇ, ਪਰ ਫਿਰ ਵੀ ਜਦੋਂ ਸਟਾਰਟਿੰਗ ਆਫ ਕਰੋਨਾ ਹੋਈ ਸੀਗੀ ਤਾਂ ਅਮਰੀਕਾ ਦੇ ਬਹੁਤ ਸਾਰੇ ਬੀਚਸ ਦੇ ਉੱਤੇ ਲਗਾਤਾਰ ਲੋਕ ਪਾਰਟੀ ਕਰ ਰਹੇ ਸੀਗੇ। ਜਦੋਂ ਉਹਨਾਂ ਨੂੰ ਉੱਥੋਂ ਬੰਦ ਕਰ ਦਿੱਤਾ ਤੇ ਆਪਣੇ ਘਰਾਂ ਦੇ ਵਿੱਚ ਲੋਕਾਂ ਨੂੰ ਇਕੱਠਿਆਂ ਕਰਕੇ ਪਾਰਟੀ ਕਰ ਦਿੱਤੇ ਸੀਗੇ। ਐਂਡ ਇੰਨਾ ਜ਼ਿਆਦਾ ਪਾਰਟੀ ਦਾ ਕੀ ਗ੍ਰੇਜ਼ ਹੈ, ਕੀ ਸ਼ੌਂਕ ਹੈ ਇਹਨਾਂ ਨੂੰ ਇਹਨਾਂ ਪਾਰਟੀ ਦਾ। ਆਈ ਡੋਂਟ ਫਾਈਂਡ ਦੈਟ ਸੋ ਕੂਲ। ਫਿਲਹਾਲ ਇਸ ਨਿਊਜ਼ ਦੇ ਵਿੱਚ ਲਿਖਿਆ ਹੋਇਆ ਹੈ ਜੋ ਸਬ ਹੈਡਲਾਈਨ ਹੈ ਕਿ a weekend defined by indoor parties comes as a new variants are spreading। ਕਿ ਜਿਹੜੀਆਂ ਪਾਰਟੀਆਂ ਹੋ ਰਹੀਆਂ ਨੇ ਚਾਹੇ ਇਨਡੋਰ ਹੋ ਰਹੀਆਂ ਜਿਹਨੂੰ ਅਸੀਂ ਬਾਉਲ ਪਾਰਟੀਆਂ ਕਹਿ ਰਹੇ ਨੇ ਉਹ ਇੱਕ ਤਰੀਕੇ ਦੇ ਨਾਲ ਐਕਸਪਲੋਜਨ ਕ੍ਰੀਏਟ ਕਰ ਸਕਦੀਆਂ ਨੇ ਦੁਬਾਰਾ ਤੋਂ ਅਮਰੀਕਾ ਦੇ ਵਿੱਚ। ਸੋ ਇਹਨਾਂ ਦੇ ਉੱਤੇ ਹਾਲਟ ਹੋਣਾ ਚਾਹੀਦਾ ਹੈ। ਵੈਸੇ ਇੱਕ ਗੱਲ ਤਾਂ ਹੈ ਕਿ ਹੈਲਥ ਤੋਂ ਵੱਧ ਕੇ ਜਿਹੜਾ ਹੈ ਕੁਝ ਸ਼ਾਇਦ ਕੁਝ ਨਹੀਂ ਹੈ। ਸੋ ਹੈਲਥ ਇਜ਼ ਅ ਫਸਟ ਪ੍ਰਾਇੋਰਿਟੀ। ਅਸੀਂ ਬਾਕੀ ਸਾਰੀਆਂ ਚੀਜ਼ਾਂ ਬਾਅਦ ਵਿੱਚ ਕਰ ਸਕਦੇ ਹਾਂ। ਵੈਲ ਇਹਨਾਂ ਨੇ ਆਪਣੀ ਜਿਹੜੀ ਪਹਿਲੀਆਂ ਦੋ ਲਾਈਨਸ ਹੈ ਉਹਨਾਂ ਦੇ ਵਿੱਚ ਬਹੁਤ ਚੰਗਾ ਮੈਸੇਜ ਔਰ ਬਹੁਤ ਡਿਟੇਲਿੰਗ ਦਿੱਤੀ ਹੋਈ ਹੈ। ਸਕਿਪ ਦ ਪਾਰਟੀ ਦੈਟ ਕੁਡ ਟਰਨ ਸੁਪਰ ਬਾਉਲ ਸੰਡੇ into super spreader Sunday। Expert and government officials are pleading ahead of America's biggest sports day। ਵੈਲ ਅਸੀਂ ਹਮੇਸ਼ਾ
ਕਹਿ ਰਹੇ ਹਾਂ ਕਿ ਜੇ ਸੰਡੇਜ਼ ਨੂੰ ਜਾਂ ਵੀਕਐਂਡਸ ਦੇ ਉੱਤੇ ਉਹ ਕਹਿੰਦੇ ਕਿ ਜ਼ਿਆਦਾ ਕੁਝ ਹੋ ਰਿਹਾ ਹੈ ਤਾਂ ਪਲੀਜ਼ ਪਲੇਜ ਹੈ ਤੁਹਾਡੇ ਅੱਗੇ ਇੱਕ ਕਿ ਤੁਸੀਂ ਘਰੋਂ ਤੋਂ ਬਾਹਰ ਨਾ ਨਿਕਲੋ, ਪਾਰਟੀਜ਼ ਅਵੋਇਡ ਕਰੋ ਤਾਂ ਜੋ ਤੁਹਾਡੀ ਜਿਹੜੀ ਹੈਲਥ ਹੈ ਉਹ ਸਭ ਤੋਂ ਮੋਸਟ ਪ੍ਰਾਇੋਰਟੀ ਦੇ ਉੱਤੇ ਰਵੇ ਔਰ ਤੁਸੀਂ ਜਿਹੜਾ ਹੈ ਤੰਦਰੁਸਤ ਤਰੀਕੇ ਦੇ ਨਾਲ ਅੱਗੇ ਵਧਦੇ ਰਹੋ। ਫਿਲਹਾਲ ਅਗਲੀ ਖਬਰ ਜਿਹੜੀ ਨਾਲ ਲਿਖੀ ਹੈ ਉਹ ਲਿਖਿਆ ਹੈ ਕਿ ਮਿਊਟੈਂਟ ਵਾਇਰਸ ਮੇ ਰੀਇਨਫੈਕਟ ਪੀਪਲ ਆਲਰੇਡੀ ਸਟ੍ਰਿਕਨ ਵਨਸ ਵਿਦ ਕੋਵਿਡ-19 ਸਪਾਰਕਲਿੰਗ ਡਿਬੇਟ। ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਇੱਕ ਦੋ ਵਾਰ ਕਰੋਨਾ ਹੋ ਚੁੱਕਾ ਹੈ ਉਹਨਾਂ ਨੂੰ ਇਹ ਦੁਬਾਰਾ ਜਿਹੜਾ ਮਿਊਟੈਂਟ ਨੇ, ਨਵੇਂ ਵੇਰੀਐਂਟਸ ਨੇ ਉਹ ਜਲਦੀ ਹਿੱਟ ਕਰਦੇ ਨੇ, ਉਹਨਾਂ ਦੀ ਜਿਹੜੀ ਇੱਕ ਪਕੜ ਹੈ ਉਹਨਾਂ ਲੋਕਾਂ ਦੇ ਕੋਲ ਜਲਦੀ ਹੁੰਦੀ ਹੈ। ਸੋ ਪਲੀਜ਼ ਅਗਰ ਜੇ ਤੁਹਾਨੂੰ ਇੱਕ ਮਿਊਟੈਂਟ ਨੇ ਜਾਂ ਇੱਕ ਵਾਇਰਸ ਨੇ ਪਹਿਲਾਂ ਜਕੜਿਆ ਹੋਇਆ ਸੀ ਕਰੋਨਾ ਦੇ ਨੇ ਤਾਂ ਤੁਸੀਂ ਇਸ ਦੀ ਐਕਸਟਰਾ ਪ੍ਰੀਕਾਸ਼ਨ ਲੈ ਕੇ ਚੱਲੋ ਔਰ ਕਰਾਊਡ ਏਰੀਆਜ਼ ਵਿਦਾਊਟ ਮਾਸਕ, ਵਿਦਾਊਟ ਸੈਨੀਟਾਈਜ਼ਰ, ਵਿਦਾਊਟ ਸੋਸ਼ਲ ਡਿਸਟੈਂਸ ਪਲੀਜ਼ ਨਾ ਜਾਓ ਤਾਂ ਜੋ ਤੁਸੀਂ ਜਿਹੜਾ ਹੈ ਬਚ ਸਕੋ ਔਰ ਆਪਣੇ ਆਪ ਨੂੰ ਬਚਾ ਸਕੋ, ਸੁਸਾਇਟੀ ਨੂੰ ਬਚਾ ਸਕੋ ਔਰ ਅੱਗੇ ਵਧ ਸਕੋ। ਫਿਲਹਾਲ ਇਹ ਸੀ ਇੰਗਲਿਸ਼ ਨਿਊਜ਼ਪੇਪਰ, ਅਮਰੀਕਨ ਨਿਊਜ਼ਪੇਪਰ, ਅਮਰੀਕਨ ਨੈਸ਼ਨਲ, ਜਿਨ੍ਹਾਂ ਨੇ ਬਹੁਤ ਕੁਝ ਲਿਖਿਆ। ਸਭ ਤੋਂ ਜ਼ਿਆਦਾ ਹਾਈਲਾਈਟ ਜਿਹੜੀ ਰਹੀ ਹੈ ਉਹ ਬਾਈਡਨ ਦਾ ਰਿਹਾ ਹੈ ਕਿ ਟਰੰਪ ਸਾਹਿਬ ਨੂੰ ਹੁਣ ਜਿਹੜੀ ਹੈ ਇੰਟੈਲੀਜੈਂਸ ਬਰੀਫਿੰਗ ਨਹੀਂ ਮਿਲੇਗੀ ਉਹਨਾਂ ਦੇ ਐਰੋਟਿਕ ਬਿਹੇਵੀਅਰ ਦਾ ਕਰਕੇ। ਇੱਕ ਬਹੁਤ ਵੱਡੀ ਨਿਊਜ਼ ਰਹੀ ਅੱਜ ਦੀ ਅਮਰੀਕਾ ਦੇ ਵੱਖਰੇ ਵੱਖਰੇ ਨਿਊਜ਼ਪੇਪਰਸ ਦੇ ਵਿੱਚ। ਅੱਗੇ ਵਧਦੇ ਹਾਂ ਤਾਂ ਇੰਡੀਅਨ ਨਿਊਜ਼ਪੇਪਰ ਸਭ ਤੋਂ ਪਹਿਲਾਂ ਦਾ ਟ੍ਰਿਬਿਊਨ ਕੀ ਲਿਖ ਰਿਹਾ। ਵੈਲ ਜੇ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲੀ ਜਿਹੜੀ ਹੈਡਲਾਈਨ ਹੈ ਉਹ ਹੈ ਨੌਨ ਜਾਟਸ ਟੂ ਐਟ ਸ਼ਾਮਲੀ ਮੀਟ। ਜਾਟਸ ਵੀ ਜਿਹੜੇ ਨੌਨ ਜਾਟ ਸੀਗੇ ਉਹਨਾਂ ਨੇ ਵੀ ਮਹਾਪੰਚਾਇਤ ਜਿਹੜੀ ਸ਼ਾਮਲੀ ਦੇ ਵਿੱਚ ਹੋਈ ਹੈ ਉਹਦੇ ਵਿੱਚ ਹਿੱਸਾ ਲਿਆ। ਵੈਲ ਇਸ ਤੋਂ ਬਾਅਦ ਜਿਹੜੀ ਸਬ ਹੈਡਲਾਈਨ ਹੈ ਇਸ ਪੇਪਰ ਨੇ ਛਾਪੀ ਹੋਈ ਹੈ, ਇਟ ਇਜ਼ ਨਾਓ ਅਬਾਊਟ ਰੂਰਲ ਨਾਟ ਐਗਰੀ ਇਕੋਨਮੀ, ਹਰਿਆਣਾ ਗੇਅਰਸ ਅਪ ਫॉर ਚੱਕਾ ਜਾਮ ਟੂਡੇ। ਬਹੁਤ ਸਾਰੀਆਂ ਤਿੰਨ ਜਿਹੜੀਆਂ ਵੱਖਰੇ ਵੱਖਰੇ ਸਟੇਟਮੈਂਟਸ ਨੇ ਉਹ ਆਪਣੇ ਆਪ ਦੇ ਵਿੱਚ ਕਨਕਲੂਡ ਯਾਨੀ ਕਿ ਲੱਗ ਰਹੀਆਂ ਨੇ। ਇਟ ਇਜ਼ ਨਾਟ ਅਬਾਊਟ ਰੂਰਲ ਨਾਓ ਐਗਰੀ ਇਕੋਨਮੀ, ਕਿ ਹੁਣ ਇਹ ਗੱਲ ਸਿਰਫ ਰੂਰਲ ਦੀ ਨਹੀਂ ਰਹੀ, ਇਹ ਪੂਰੀ ਐਗਰੀ ਇਕੋਨਮੀ ਦੀ ਰਹਿ ਗਈ ਹੈ। ਵਰਲਡ ਇਕੋਨਮੀ ਦੀ ਗੱਲ ਕਰ ਰਹੇ ਹਾਂ ਜਦੋਂ ਅਸੀਂ ਐਗਰੀਕਲਚਰ ਇਕੋਨਮੀ ਦੀ ਗੱਲ ਕਰ ਰਹੇ ਹਾਂ ਤੇ ਪੂਰੀ ਇਕੋਨਮੀ ਹਿੱਟ ਕਰ ਰਹੀ ਹੈ ਔਰ ਇਹ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਖਬਰ ਹੈ। ਇਸ ਤੋਂ ਇਲਾਵਾ ਉਹਨਾਂ ਨੇ ਲਿਖਿਆ ਕਿ ਹਰਿਆਣਾ ਜਿਹੜਾ ਹੈ ਚੱਕਾ ਜਾਮ ਦੇ ਲਈ ਗੇਅਰ ਅਪ ਕਰ ਰਿਹਾ ਹੈ। ਅੱਜ ਪੂਰੇ ਸੂਬੇ ਦੇ ਵਿੱਚ ਹਰਿਆਣਾ ਪੰਜਾਬ ਦੇ ਵਿੱਚ ਜਿਹੜਾ ਹੈ ਚੱਕਾ ਜਾਮ ਹੋਏਗਾ। ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਹੈ ਸਬ ਹੈਡਲਾਈਨਸ ਦੇ ਵਿੱਚ ਬਹੁਤ ਸਾਰੀਆਂ ਹੋਰ ਹੈਡਲਾਈਨਸ ਲਈਆਂ ਨੇ। ਉਹਨਾਂ ਦੇ ਵਿੱਚੋਂ ਪਹਿਲੀ ਹੈਡਲਾਈਨਸ ਹੈ ਟਰੂਡੋ ਰਿਮਾਰਕਸ ਕੈਨ ਹਾਰਮਸਡਾਈਜ਼ ਗਵਰਨਮੈਂਟ, ਦ ਸੈਂਟਰ ਹੈਜ਼ ਟੋਲਡ ਕੈਨੇਡਾ ਰਿਮਾਰਕ ਔਨ ਇਟਸ ਇੰਟਰਨਲ ਅਫੇਅਰ ਬਾਈ ਇਟਸ ਟॉप ਲੀਡਰ including PM Justice Trudeau had the potential to harm bilateral ties between the two countries। ਫਿਲਹਾਲ ਇੱਕ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਤੋਂ ਇਹ ਵੱਡੀ ਖਬਰ ਆ ਰਹੀ ਹੈ ਕਿ ਜੇਕਰ ਕੋਈ ਵੀ ਕੈਨੇਡਾ ਦਾ ਜਿਹੜਾ ਹੈ ਉਹ ਵੱਡੀ ਹਸਤੀ ਜਿਹੜੀ ਹੈ ਰਿਮਾਰਕ ਕਰਦੀ ਹੈ ਸਾਡੇ ਇੰਟਰਨਲ ਇਸ਼ੂ ਨੂੰ ਲੈ ਕੇ ਤਾਂ ਬਿਲਾਟਰਲ ਟਾਈਜ਼ ਨੇ ਦੋਨਾਂ ਕੰਟਰੀਜ਼ ਦੇ ਵਿੱਚ ਉਹ ਖਰਾਬ ਹੋ ਸਕਦੇ ਨੇ। ਫਿਰ ਅਸੀਂ ਇੱਕ ਬੰਨੇ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਗਲੋਬਲੀ ਬਹੁਤ ਹਿੱਟ ਹਾਂ ਔਰ ਦੂਸਰੇ ਬੰਨੇ ਅਸੀਂ ਕਿਸੇ ਗਲੋਬਲ ਐਰਾ ਦੇ ਵਿੱਚ ਆ ਕੇ ਗਲੋਬਲੀ ਕਮੈਂਟੇਟਿਵ ਗੱਲ ਦੇ ਉੱਤੇ ਕਮੈਂਟ ਕਰਨਾ ਜਿਹੜਾ ਹੈ ਉਹ ਸਾਨੂੰ ਚੰਗਾ ਨਹੀਂ ਲੱਗਦਾ। ਇਹ ਗਵਰਨਮੈਂਟ ਜਿਹੜੀ ਹੈ ਪਤਾ ਨਹੀਂ ਕੀ ਸਟੈਂਡ ਰੱਖ ਰਹੀ ਹੈ, ਇਹ ਤਾਂ ਰੱਬ ਦੱਸਦਾ ਹੈ। ਫਿਲਹਾਲ ਅੱਗੇ ਬਣਦੇ ਹਾਂ ਕਿ ਯੂਨਾਈਟਿਡ ਸਟੇਟ ਦੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ UNHRC ਉਹਨਾਂ ਦਾ ਇੱਕ ਜਿਹੜਾ ਹੈ ਇੱਕ ਨਿਊਜ਼ ਜਿਹੜੀ ਹੈ ਉਹਨਾਂ ਨੇ ਛਾਪੀ ਹੈ, ਇੱਕ ਟਵੀਟਰ ਛਾਪਿਆ ਹੈ। UN Human Rights Commission has called for marks restraint by the governments and protester aimed the internet ban. It said a peaceful assembly and expression should be protected offline and online। ਵੈਲ ਬਹੁਤ ਚੰਗੀ ਗੱਲ ਹੈ ਜਦੋਂ ਇੱਦਾਂ ਦੇ ਮੌਕੇ ਦੇ ਉੱਤੇ ਇਸ ਵੱਡੀ ਆਰਗੇਨਾਈਜੇਸ਼ਨ ਦੇ ਵੱਲੋਂ, ਇਸ ਹਿਊਮਨ ਰਾਈਟ ਆਰਗੇਨਾਈਜੇਸ਼ਨ ਵੱਲੋਂ ਇਹ ਕਮੈਂਟ ਆਉਣਾ, ਇਹ ਟਵੀਟਰ ਆਉਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਫਿਲਹਾਲ ਇਸ ਦੇ ਨਾਲ ਹੀ ਅਗਲੀ ਜਿਹੜੀ ਸਬ ਹੈਡਲਾਈਨ ਹੈ ਉਹ ਇਸ ਪੇਪਰ ਦੇ ਵਿੱਚ ਛਪੀ ਹੋਈ ਹੈ, ਉਹ ਹੈ ਟਰਾਈ ਕਲਰ ਨੂੰ ਲੈ ਕੇ। ਟਰਾਈ ਕਲਰ ਯਾਨੀ ਕਿ ਤਿਰੰਗੇ ਨੂੰ ਲੈ ਕੇ ਟਰਾਈ ਕਲਰ ਰੋ ਕਿਨ ਆਫ ਡਿਸੀਜ਼ ਬੁਕਡ, ਜਿਹੜਾ ਕਿ ਅਸੀਂ ਤੁਹਾਨੂੰ ਪਤਾ ਸੀ ਕਿ ਪੀਲੀਭੀਤ ਦੇ ਵਿੱਚ ਫਾਰਮਰ ਜਿਹੜਾ ਸੀਗਾ ਉਹ ਉਹਨਾਂ ਦੀ ਹੱਤਿਆ ਹੋ ਗਈ ਸੀ। ਉਸ ਤੋਂ ਬਾਅਦ ਗਾਜ਼ੀਪੁਰ ਹੈਵ ਬੀਨ ਬੁਕਡ ਫॉर ਇਲੀਗਲੀ ਇਨਸਲਟਿੰਗ ਦਾ ਟਰਾਈ ਕਲਰ ਆਫਟਰ ਵੀਡੀਓ ਆਫ ਹਿਜ਼ ਲਾਸਟ ਰਾਈਟ ਸ਼ੋਡ ਦਾ ਬੋਡੀ ਰੈਪਡ ਇਨ ਟਰਾਈ ਕਲਰ। ਕਿਨ ਆਫ ਪੀਲੀਭੀਤ ਦਾ ਫਾਰਮਰ ਜਿਹੜਾ ਸੀਗਾ ਉਹ ਕਿਸਾਨੀ ਸੰਘਰਸ਼ ਦੌਰਾਨ ਮਾਰਿਆ ਗਿਆ ਸੀਗਾ। ਸੋ ਉਸ ਦੀ ਬਾਡੀ ਜਿਹੜੀ ਹੈ ਉਸ ਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਜਿਹੜਾ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਵੀਡੀਓਜ਼ ਵਾਇਰਲ ਹੋਈਆਂ ਔਰ ਗਵਰਨਮੈਂਟ ਕਹਿੰਦੀ ਹੈ ਕਿ ਉਹ ਇੱਕ ਤਰੀਕੇ ਦੇ ਨਾਲ ਤਿਰੰਗੇ ਦਾ ਅਪਮਾਨ ਹੈ। ਵੈਲ ਇਹ ਸੀ ਇੱਕ ਵੱਡੀ ਹੈਡਲਾਈਨ। ਇਸ ਤੋਂ ਇਲਾਵਾ ਜਿਹੜੀ ਹੈਡਲਾਈਨਸ ਹੈ ਉਹ ਇੱਕ ਐਗਰੀਕਲਚਰ ਦੇ ਨਾਲ ਹੈ ਯਾਨੀ ਕਿਸਾਨੀ ਸੰਘਰਸ਼ ਦੇ ਨਾਲ ਮਿਲਦੀ ਹੈ। ਪ੍ਰੋਟੈਸਟਡ ਲਿਮਿਟਡ ਟੂ ਫਾਰਮਰਸ ਆਫ ਵਨ ਸਟੇਟ ਤੋਮਰ ਉਹਨਾਂ ਨੇ ਜਿਹੜੇ ਕਿ ਸਾਡੇ ਕਿ ਨਰਿੰਦਰ ਸਿੰਘ ਤੋਮਰ ਐਗਰੀਕਲਚਰ ਮਿਨਿਸਟਰ ਨੇ, ਉਹਨਾਂ ਨੇ ਇੱਕ ਵਾਰ ਫਿਰ ਤੋਂ ਅੱਗੇ ਆ ਕੇ ਇੱਕ ਹੋਰ ਸਟੇਟਮੈਂਟ ਦਿੱਤੀ ਹੈ, ਜਰਕਿੰਗ ਸਟੇਟਮੈਂਟ ਜਿਹਨੂੰ ਕਹਾਂਗਾ, ਕਿ ਉਹ ਕਹਿੰਦੇ ਨੇ ਕਿ ਜਿਹੜਾ ਅੱਜ ਦਾ ਚੱਕਾ ਜਾਮ ਹੈ ਉਹਨਾਂ ਦੇ ਉੱਤੇ ਇੱਕ ਸਟੇਟਮੈਂਟ ਹੈ ਕਿ ਸਿਰਫ ਤੇ ਸਿਰਫ ਇੱਕ ਸਟੇਟ ਜਿਹੜਾ ਕਿ ਪੰਜਾਬ ਦੇ ਨਾਲ ਲਿਮਿਟਡ ਹੈ, ਪੰਜਾਬ ਤੋਂ ਇਲਾਵਾ ਕੋਈ ਹੋਰ ਲੋਕ ਇਸ ਨੂੰ ਪ੍ਰਮੋਟ ਨਹੀਂ ਕਰ ਰਹੇ। ਪਰ ਕਿਤੇ ਨਾ ਕਿਤੇ ਗਵਰਨਮੈਂਟਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀ ਕੰਟਰੀ ਦੇ ਵਿੱਚ 130 ਕਰੋੜ ਤੋਂ ਜ਼ਿਆਦਾ ਲੋਕ ਰਹਿੰਦੇ ਨੇ।
ਔਰ ਇਹ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਇਹਨਾਂ ਦਾ ਕੁਝ ਅੰਸ਼ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਦੋ ਸੂਬੇ ਜਿਹੜੇ ਹਾਰਡਕੋਰ ਸੂਬਿਆਂ ਦੀ ਗੱਲ ਕਰਾਂ, ਪੰਜਾਬ ਤੇ ਹਰਿਆਣਾ ਹਾਰਡਕੋਰ ਤਰੀਕੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਨੇ। ਸੋ ਗਵਰਨਮੈਂਟ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਚਾਹੇ ਕੁਝ % ਹੋਵੇ, ਪਰ ਉਹ ਪਰਸੈਂਟ ਜਿਹੜਾ ਹੈ ਉਹਨੂੰ ਜ਼ਿਆਦਾ ਸਟੇਟਸ ਦੇ ਵਿੱਚ ਫੈਲਣ ਨੂੰ ਦੇਰ ਨਹੀਂ ਲੱਗਣੀ। ਅਸੀਂ ਦੇਖਿਆ ਕਿ ਕਿਵੇਂ ਉੱਤਰ ਪ੍ਰਦੇਸ਼ ਦੇ ਲੋਕ ਵੀ ਹੁਣ ਜੁੜਨਾ ਸ਼ੁਰੂ ਹੋ ਗਏ ਆ, ਉੱਤਰਾਖੰਡ ਤੋਂ ਲੋਕ ਆ ਰਹੇ ਨੇ, ਔਰ ਲਗਾਤਾਰ ਜਿਹੜਾ ਇਹ ਸੰਘਰਸ਼ ਹੈ ਤੂਲ ਫੜਦਾ ਜਾ ਰਿਹਾ ਹੈ। ਔਰ ਗਵਰਨਮੈਂਟ ਦੇ ਲਈ ਇੱਕ ਤਰੀਕੇ ਦੇ ਨਾਲ ਸਿਰ ਦਾ ਜਿਹੜਾ ਇੱਕ ਪੇਨ ਹੈ ਉਹ ਬਣਦਾ ਜਾ ਰਿਹਾ ਹੈ। ਫਿਲਹਾਲ ਅਗਲੀ ਜਿਹੜੀ ਹੈਡਲਾਈਨਸ ਹੈ ਇਹਨਾਂ ਨੇ ਬਣਾਈ ਹੈ ਜੰਮੂ ਕਸ਼ਮੀਰ ਨੂੰ ਲੈ ਕੇ। 4G ਬੈਕ ਇਨ ਜੰਮੂ ਐਂਡ ਕਸ਼ਮੀਰ ਆਫਟਰ 18 ਮੰਥ, ਇੱਕ ਬਹੁਤ ਵੱਡੀ ਖਬਰ ਹੈ। ਦ ਇੰਟਰਨੈਟ ਵਾਜ਼ ਸ਼ਟ ਇਨ ਈਸਟਵਾਈਲ ਸਟੇਟ ਔਨ ਅਗਸਤ 5, 2009 ਐਂਡ ਵੈਨ ਦ ਗਵਰਨਮੈਂਟ announced the abrogation of Article 370 ਜਦੋਂ ਤੋਂ ਆਰਟੀਕਲ 370 ਦਾ ਜਿਹੜਾ ਐਬਰੋਗੇਸ਼ਨ ਹੋਇਆ ਹੈ, ਉਸ ਦਾ ਜਿਹੜਾ ਮਲੀਆਮੇਟ ਕੀਤਾ, ਉਸ ਨੂੰ ਹਟਾਇਆ ਹੈ, ਉਸ ਤੋਂ ਦੌਰਾਨ ਹੀ ਜਿਹੜਾ ਹੈ ਉੱਥੇ 4G ਕੱਟ ਕਰ ਦਿੱਤਾ ਗਿਆ ਸੀ। ਪਹਿਲਾਂ ਤਾਂ ਇੰਟਰਨੈਟ ਬਹੁਤ ਦੇਰ ਕੱਟ ਰਿਹਾ, ਫਿਰ ਉਸ 'ਤੇ 2G ਸ਼ੁਰੂ ਕੀਤਾ, ਔਰ 2G ਵੀ ਉਹਨਾਂ ਜਗ੍ਹਾ ਦੇ ਉੱਤੇ ਜਿਹੜੀਆਂ ਕਿ ਸਿਰਫ ਤੇ ਸਿਰਫ ਗਵਰਨਮੈਂਟ ਨੀਡਡ ਗਵਰਨਮੈਂਟ ਪਲੇਸਿਸ ਸੀਗੀਆਂ। ਤਾਂ ਇੱਕ ਤਰੀਕੇ ਨਾਲ ਬਹੁਤ ਵੱਡਾ ਸਵਾਲ ਹੈ। ਔਰ ਜਿੱਥੇ ਅਸੀਂ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ UN ਦੀ ਸਾਖ ਜਿਹੜੀ ਹੈ ਉਹ ਕਮੈਂਟ ਕਰੇ, ਤਾਂ ਇੱਦਾਂ ਦੇ ਥਾਂ ਦੇ ਉੱਤੇ ਜਦੋਂ ਸਪਰੈਡ ਹੁੰਦਾ ਹੈ, ਇੱਦਾਂ ਦੇ ਥਾਂ ਦੇ ਉੱਤੇ ਲੋਕਾਂ ਦਾ ਜਿਹੜਾ ਰਾਈਟ ਹੈ ਉਹ ਫਰੀडम ऑफ स्पीच एंड एक्सप्रैशन है वायलेट होता है, उत्थे गवर्नमेंट साडी जिहड़ी है क्यों नहीं कुछ काम कर रही, क्यों नहीं उहदे बारे गल कर रही। 2G सर्विसेज वर रीस्टोर्ड ऑन January 25 लास्ट ईयर। ਵੈਲ ਇਹ ਗੱਲ ਕੀਤੀ ਜਾ ਰਹੀ ਹੈ ਕਿ 19 ਤੋਂ ਬਾਅਦ ਬੰਦ ਹੋਣਾ, ਔਰ ਫਿਰ ਜਦ ਵੀ 25 ਜਨਵਰੀ ਤੋਂ ਤੁਸੀਂ ਜਿਹੜੀ ਹੈ ਇੱਕ ਸਰਵਿਸਿਜ਼ ਸ਼ੁਰੂ ਕਰ ਦਿੰਦੇ ਹੋ ਵੀ 2G ਕਰਨੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਫਿਲਹਾਲ ਅੱਗੇ ਵਧਣਾ ਤੇ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਹੈ। ਵੈਲ ਪੰਜਾਬੀ ਟ੍ਰਿਬਿਊਨ ਦੀ ਗੱਲ ਕਰਾਂ ਤੇ ਪੰਜਾਬੀ ਟ੍ਰਿਬਿਊਨ ਨੇ ਵੀ ਜਿਹੜਾ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਹੀ ਆਪਣੀ ਹੈਡਲਾਈਨ ਬਣਾਈ ਹੈ। ਖੇਤੀ ਕਾਨੂੰਨਾਂ ਵਿੱਚ ਕੋਈ ਹਾਮੀ ਨਹੀਂ, ਤੋਮਰ। ਗੱਲ ਕਰਾਂ ਨਰਿੰਦਰ ਸਿੰਘ ਤੋਮਰ ਹੋਣਾ ਦੀ, ਤਾਂ ਨਰਿੰਦਰ ਸਿੰਘ ਤੋਮਰ ਹੋਣਾ ਦੀ ਜਿਹੜੀ ਸਟੇਟਮੈਂਟ ਹੈ ਉਹ ਲਗਾਤਾਰ ਹਰ ਮੀਡੀਆ ਦੇ ਉੱਤੇ ਆ ਰਹੀ ਹੈ, ਚਾਹੇ ਉਹ ਨੈਸ਼ਨਲ ਮੀਡੀਆ ਹੋਵੇ, ਚਾਹੇ ਉਹ ਰੀਜਨਲ ਮੀਡੀਆ ਹੋਵੇ। ਫਿਲਹਾਲ ਅੱਗੇ ਵਧਾਂ ਤੇ ਲਿਖਦੇ ਨੇ ਖੇਤੀ ਕਾਨੂੰਨਾਂ ਵਿੱਚ ਕੋਈ ਖਾਮੀ ਨਹੀਂ, ਨਰਿੰਦਰ ਸਿੰਘ ਤੋਮਰ ਉਹਨਾਂ ਨੇ ਇਹ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿੱਚ ਕੋਈ ਖਾਮੀ ਨਹੀਂ ਹੈ। ਇਸ ਤੋਂ ਇਲਾਵਾ ਹੈਡਲਾਈਨਸ ਬਣੀਆਂ ਨੇ ਜਿਹੜੀਆਂ ਸਬ ਹੈਡਲਾਈਨਸ ਨੇ, ਉਹ ਹੈ MSP ਵਾਲੀਆਂ ਫਸਲਾਂ ਦੀ ਖਰੀਦ ਵਾਲੀ ਮੰਡੀ ਪ੍ਰਣਾਲੀ ਜਾਰੀ ਰੱਖਣ ਦਾ ਭਰੋਸਾ ਦਿੱਤਾ, ਕਿਸਾਨਾਂ ਨੂੰ ਖੇਤੀ ਕਾਨੂੰਨ ਖਿਲਾਫ ਭੜਕਾਇਆ ਜਾ ਰਿਹਾ ਹੈ, ਇਹ ਨਰਿੰਦਰ ਸਿੰਘ ਤੋਮਰ ਹੋਣਾ ਦਾ ਕਹਿਣਾ ਹੈ। ਖੇਤੀ ਮੰਤਰੀ ਨੇ ਕਾਂਗਰਸ ਤੇ ਖੂਨ ਦੀ ਖੇਤੀ ਕਰਨ ਦਾ ਦੋਸ਼ ਲਾਇਆ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਨਾਲ ਖਿਲਵਾੜ ਕਰ ਰਹੇ ਨੇ ਕਾਂਗਰਸ, ਔਰ ਪ੍ਰੋਵੋ ਕਰ ਰਹੇ ਨੇ, ਯਾਨੀ ਕਿ ਭੜਕਾ ਰਹੇ ਨੇ ਆਮ ਕਿਸਾਨਾਂ ਨੂੰ, ਔਰ ਜਿਹੜੇ ਕਿਸਾਨ ਨੇ ਉਹ ਮਿਸਗਾਈਡਡ ਨੇ, ਖੇਤੀ ਕਾਨੂੰਨਾਂ ਦੇ ਵਿੱਚ ਕੁਝ ਵੀ ਕਾਲਾ ਨਹੀਂ। ਇੱਕ ਸਟੇਟਮੈਂਟ ਜਿਹੜੀ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਦੀ ਵਾਇਰਲ ਹੋ ਰਹੀ ਹੈ ਵੱਖ ਮੀਡੀਆ ਦੇ ਉੱਤੇ, ਉਹ ਇਹ ਹੈ ਕਿ ਉਹ ਕਹਿੰਦੇ ਨੇ ਕਿ ਖੇਤੀ ਕਾਨੂੰਨਾਂ ਦੇ ਵਿੱਚ ਕੁਝ ਵੀ ਕਾਲਾ ਨਹੀਂ ਹੈ, ਪਰ ਫਿਰ ਵੀ ਅਸੀਂ ਇਸ ਦੀਆਂ ਸੋਧਾਂ ਕਰਨ ਦੇ ਤਿਆਰ ਹਾਂ। ਇਹਦਾ ਮਤਲਬ ਇਹ ਨਹੀਂ ਕਿ ਖੇਤੀ ਕਾਨੂੰਨ ਚੰਗੇ ਨਹੀਂ ਹੈ। ਵੀ ਆਰ ਜਸਟ ਇਨ ਅ ਡੈਮੋਕ੍ਰੇਸੀ, ਔਰ ਡੈਮੋਕ੍ਰੇਸੀ ਦੇ ਸੇਕ ਦੇ ਲਈ ਅਸੀਂ ਕਾਲੇ ਕਾਨੂੰਨ ਰੱਦ ਕਰਨਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਸਬ ਹੈਡਲਾਈਨਸ ਨੇ ਜਿਹੜੇ ਬਾਕਸ ਪੌਪ ਬਣੇ ਹੋਏ ਨੇ, ਉਹਦੇ ਵਿੱਚ ਲਿਖਿਆ ਹੈ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਠੱਪ। ਐਂਡ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਮੁੱਦੇ ਉੱਤੇ ਗੱਲ ਹੋਣੀ ਚਾਹੀਦੀ ਸੀਗੀ ਲਗਾਤਾਰ, ਯਾਨੀ ਕਿ ਅਸੀਂ ਜਦੋਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤਾਂ ਡੈਮੋਕ੍ਰੇਸੀ ਦਾ ਜਦੋਂ ਕੋਈ ਵੀ ਸੈਸ਼ਨ ਹੋਵੇ, ਜਦੋਂ ਪ੍ਰਾਇਓਰਿਟੀ 'ਤੇ ਕੋਈ ਕੇਸਿਸ ਹੋਵੇ, ਤਾਂ ਉਹਦੇ ਉੱਤੇ ਡਿਬੇਟ ਹੋਣੀ ਬਹੁਤ ਜ਼ਰੂਰੀ ਹੈ। ਫਿਲਹਾਲ ਇਸ ਡਿਬੇਟ ਤੋਂ ਗਵਰਨਮੈਂਟ ਜਿਹੜੀ ਹੈ ਨੱਠਦੀ ਨਜ਼ਰ ਆ ਰਹੀ ਹੈ। ਰਾਜ ਸਭਾ ਦੇ ਵਿੱਚ ਵੀ, ਲੋਕ ਸਭਾ ਦੇ ਵਿੱਚ ਵੀ ਲਗਾਤਾਰ ਜਿਹੜਾ ਹੈ ਉਹ ਠੱਪ ਹੋ ਰਹੀ ਹੈ। ਬਹੁਤ ਸਾਰੇ MP ਨੇ ਉਹਨਾਂ ਨੂੰ ਸਦਨ ਤੋਂ ਬਾਹਰ ਵੀ ਕੀਤਾ ਜਾ ਰਿਹਾ ਹੈ। ਫਿਲਹਾਲ ਗੈਰ ਜਮਹੂਰੀ ਢੰਗ ਨਾਲ ਲਾਗੂ ਕੀਤੇ ਕਾਨੂੰਨ ਇਹ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਕਾਂਗਰਸੀ ਆਗੂ ਨੇ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ। ਵੈਲ ਇਸ ਤੋਂ ਇਲਾਵਾ ਇਹਨਾਂ ਨੇ ਛੋਟੇ ਇੱਕ ਕਾਲਮ ਦੀ ਖਬਰ ਬਣਾਈ ਹੋਈ ਹੈ। ਖਬਰ ਇੰਪੋਰਟੈਂਟ ਹੈ। WhatsApp ਦੀ ਨੀਤੀ ਖਿਲਾਫ ਪਟੀਸ਼ਨ ਸੁਣਨ ਤੋਂ ਸੁਪਰੀਮ ਕੋਰਟ ਦਾ ਇਨਕਾਰ। ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ WhatsApp ਨੂੰ ਉਸ ਦੀ ਨਵੀਂ ਨਿਜਤਾ ਨੀਤੀ ਵਾਪਸ ਲੈਣ ਦੇ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਤਰਕ ਦਿੱਤਾ ਗਿਆ ਹੈ ਕਿ ਸੁਨੇਹੇ ਭੇਜਣ ਵਾਲੇ ਪਲੇਟਫਾਰਮ ਦੀ ਨਵੀਂ ਨੀਤੀ ਕਾਨੂੰਨ ਦੀ ਉਲੰਘਣਾ ਹੈ ਤੇ ਮੁਲਕ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ। ਚੀਫ ਜਸਟਿਸ S.A. ਬੋਬਡੇ ਨੇ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਹ ਮੁੱਦਾ ਪਹਿਲਾਂ ਹੀ ਦਿੱਲੀ ਹਾਈ ਕੋਰਟ ਵੱਲੋਂ ਸੁਣਿਆ ਜਾ ਰਿਹਾ ਹੈ ਤੇ ਪਟੀਸ਼ਨ ਕਰਤਾ ਢੁਕਵਾਂ ਰਾਹ ਚੁਣ ਸਕਦਾ ਹੈ। ਸੋ ਕਿਤੇ ਨਾ ਕਿਤੇ ਇਹ ਚਲੋ ਇੱਕ ਤਰੀਕੇ ਨਾਲ ਸਾਡੇ ਕੋਲ ਆਲਟਰਨੇਟਿਵ ਹੈ। ਹਾਈ ਕੋਰਟ ਦੇ ਵਿੱਚ ਸੁਣਵਾਈ ਹੈ, ਹਾਈ ਕੋਰਟ ਤੋਂ ਡਿਸੀਜਨ ਲਏਗਾ, ਉਸ ਤੋਂ ਬਾਅਦ ਉਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਵੱਲੋਂ, ਔਰ ਇੱਕ ਬਹੁਤ ਵੱਡੀ ਖਬਰ ਹੈ। ਇਸ ਤੋਂ ਇਲਾਵਾ ਜੇ ਪੰਜਾਬੀ ਟ੍ਰਿਬਿਊਨ ਦੀ ਗੱਲ ਕਰਾਂ ਤਾਂ ਪੰਜਾਬੀ ਟ੍ਰਿਬਿਊਨ ਨੇ ਦੇਸ਼ ਭਰ 'ਚ ਕਿਸਾਨਾਂ ਵੱਲੋਂ ਚੱਕਾ ਜਾਮ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਇਹਨੂੰ ਖਬਰ ਨੂੰ ਆਪਣੀ ਹੈਡਲਾਈਨ ਬਣਾਇਆ ਹੈ। ਇਸ ਤੋਂ ਇਲਾਵਾ ਸਬ ਹੈਡਲਾਈਨਸ ਜਿਹੜੀਆਂ ਨੇ ਵਾਹਨਾਂ ਦੇ ਹਾਰਨ ਵਜਾ ਕੇ ਕਿਸਾਨ ਏਕਤਾ ਦਾ ਸੰਦੇਸ਼ ਦੇਣ ਦਾ ਹੋਕਾ, ਐਮਰਜੈਂਸੀ ਵਾਹਨਾਂ ਨੂੰ ਰੋਕਣ ਤੋਂ ਕੀਤਾ ਜਾਵੇ ਗੁਰੇਜ਼, ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ ਹੈ।
वेल एक सी पंजाबी ट्रिब्यून अगे बढ़ना तो हिंदुस्तान टाइम्स की लिखती है। वेल हिंदुस्तान टाइम्स ने अज जी है एक बिजनेस न्यूज़ ਨੂੰ अपनी हेडलाइन बनाया है। RBI सेज इकोनॉमी इज मूविंग इन ओनली वन डायरेक्शन। RBI जी है रिजर्व बैंक ऑफ इंडिया है, उन्होंने कहना है कि जी इकोनॉमी है वो एक डायरेक्शन च मूव कर रही है, वो है अप ओनली ऑन इन वन डायरेक्शन। एंड इस तो इलावा इन्होंने जो दसिया है कि रोड हैड फॉर इकोनॉमी 10.5% की जी एक ग्रोथ रेट है वो उस अगे वध रही है इकोनॉमी। एंड मैं पहले भी गल की सी कि 11.11 समथिंग रेंज के नाल दसिया जा रहा है कि इकोनॉमी अगे वध रही है, पर अज तक इकोनॉमी अगे वध रही है, किस तरीके वध रही है ये पता नहीं लग रहा। वेल यदी प्रेजेंटेशन की मैं हर बार तारीफ करता हाँ, प्रेजेंटेशन जोड़ा है बहुत वधिया तरीके कलरफुल तरीके ये प्रजेंट करते हैं। वेल जी मैं दो लाइन्स पढ़ा इस न्यूज़पेपर दियाँ, पहली हैडलाइनस दियाँ तो वो लिख रहे हैं द रिजर्व बैंक ऑफ इंडियाज मॉनेटरी पॉलिसी कमेटी रिपीटेड द यूनियन बजट्स ऑप्टिमिस्ट फोरकास्ट अबाउट द इकोनॉमी ग्रोथ प्रोस्पैक्टिव इन 21-22। यानी कि वो सेम तूती जी है जी बजट के बोली जा रही सी वो इस वक्त फिर RBI ने बोल दी है, पर किमें होएगा किमें ग्रोथ होएगी, क्योंकि फिस्कल की गल की जाए तो GDP जी है माइनस से है, माइनस GDP में तुम किमें 11 की ग्रोथ में बदल देंगे, ये तो सिर्फ ऐ लग रहा है कि न्यूज़ क्रिएट की जा रही है। अगे बढ़ना तो देखना नवा जमाना की लिख रही है। वेल इन्होंने जी खबर हैडलाइन बनाई है वो है चक्का जाम ਨੂੰ यूपी ਤੇ उत्तराखंड ਨੂੰ बाहर रखा। वेल ये बहुत जरूरी गल है, राकेश टिकैत उन्होंने कल कह दिता है कि यूपी तो उत्तराखंड के जोड़ा है फिलहाल ये जो चक्का जाम अज की बंद की कॉल है वो नहीं होएगी, क्योंकि उत्थे गन्ने की जी है वो कटाई भी हो रही है और फिलहाल उन्होंने रिस्ट ते रखा जा रहा है तो स्टैंड बाय ते रहन और उन्होंने जो लोड़ हो दिल्ली बुला लिया जाए। इस तो इलावा इसी खबर के बहुत सारे होर बॉक्स पॉप बनाए हैं, जरूरी वाहनों निकल दिता जाए अनजान। ऑल इंडिया किसान सभा के जनरल सकत्तर अतुल कुमार अंजान ने कहा कि मोदी सरकार ने किसानों दुआले दुश्मनों वर्गे बैरीकेड ला दिते हैं, पर किसान अपन मंगां मनवाउण लई दृढ़ हन। उन्हें यह भी कहा कि अज के चक्का जाम दौरान एंबूलेंस मिल्क वैनां ऑयल टैंकर वाटर टैंकर स्कूली बसां ते बजुर्गों को लिजाण वाले व्हीकलों को वलंटियर जरूर राह देण। एक तरीके ਨਾਲ बहुत वड्डी गल है कि असी बार बार दस रहे हैं कि संघर्ष जोड़ा है शांतमई है, बैरीगेडिंग हो रही है और इस बैरीगेडिंग के खिलाफ किसान उसके फ्रंट के उत्ते मिट्टी सुटा के वो फुलों की काश्त तक फुलों की खेती कर रहे हैं, अपने आप के बहुत वड्डा एक मैसेज आ रहा। वेल ये सी अज दी खबर अज दी मेन हैडलाइनस। मैं मिलांगा तुहानू फिर और करदा रहांगा गलबात मेन हैडलाइनस के उत्ते। देखते रहो पंजाब मेल USA TV। धन्यवाद।